ਅੱਜ 2 ਵਜੇ ਮੀਟਿੰਗ ਕੀਤੀ ਜਾਣੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ। ਕੀ ਕੁਝ ਇਨਫੋਰਮੇਸ਼ਨ ਹੈ ਤੁਹਾਡੇ ਕੋਲ? ਜਸਮੀਤ ਕੱਲ ਜਿਹੜੀ ਹੈਗੀ ਆ ਇਹਨਾਂ ਜਿਹੜੀ ਹਾਈ ਪਾਵਰ ਕਮੇਟੀ ਸੀਗੀ ਕਿਸਾਨਾਂ ਵੱਲੋਂ ਬਣਾਈ ਗਈ ਸੀ, ਉਸਨੇ ਜਿਹੜਾ ਲੀਗਲ ਪੈਨਲ ਹੈਗਾ 4 ਵਕੀਲਾਂ ਦਾ, ਸੀਨੀਅਰ ਵਕੀਲਾਂ ਦਾ ਰਾਏ ਕੀਤੀ ਆ। ਇਸ ਤੋਂ ਬਾਅਦ ਇਹ ਨਤੀਜੇ ਤੇ ਪਹੁੰਚਿਆ ਗਿਆ ਜੋ ਸਾਡੇ ਕੋਲ ਜਾਣਕਾਰੀ ਮਿਲੀ ਹੈ ਕਿ ਜੇਕਰ ਕੇਂਦਰ ਸਰਕਾਰ ਆਪਣਾ ਸੁਪਰੀਮ ਕੋਰਟ ਦੇ ਵਿੱਚ ਗੱਲ ਯਕੀਨੀ ਬਣਾਉਂਦੀ ਹੈ ਕਿ ਉਹਨਾਂ ਸਮਾਂ ਕਾਨੂੰਨ ਲਾਗੂ ਨਹੀਂ ਹੋਣਗੇ ਜਿੰਨਾ ਸਮਾਂ ਕਿਸਾਨਾਂ ਦੇ ਜਿਹੜੇ ਤੋਖਲੇ ਆ ਖਾਦਸ਼ੇ ਉਹ ਦੂਰ ਨਹੀਂ ਹੁੰਦੇ, ਜਦੋਂ ਤੱਕ ਕਮੇਟੀ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਔਰ ਕਿਸਾਨਾਂ ਵੱਲੋਂ ਬਣਾਈ ਗਈ ਕਮੇਟੀ ਆਪਸੀ ਜਿਹੜੀ ਹੈਗੀ ਆ ਸਹਿਮਤੀ ਤੇ ਨਹੀਂ ਪਹੁੰਚਦੇ, ਜਦੋਂ ਤੱਕ ਕਾਨੂੰਨਾਂ ਤੇ ਮੋਹਰ ਨਹੀਂ ਲੱਗ ਜਾਂਦੀ ਕਿਸਾਨਾਂ ਦੇ ਵੱਲੋਂ ਉਹਨਾਂ ਸਮਾਂ ਲਾਗੂ ਨਹੀਂ ਹੋਣਗੇ। ਤਾਂ ਫਿਰ ਤਾਂ ਜਿਹੜੇ ਕਿਸਾਨ ਵੀ ਅੱਗੇ ਦੀ ਗੱਲਬਾਤ ਵਧਾਉਣ ਲਈ ਤਿਆਰ ਨੇ। ਪਰ ਜੇਕਰ ਕੇਂਦਰ ਸਰਕਾਰ ਪਹਿਲ ਕਦਮੀ ਨਹੀਂ ਕਰਦੀ, ਸੁਪਰੀਮ ਕੋਰਟ ਦੇ ਵਿੱਚ ਅਜਿਹਾ ਹਲਫਨਾਮਾ ਨਹੀਂ ਦਾਇਰ ਕਰਦੀ ਜਾਂ ਖੇਤੀ ਕਾਨੂੰਨ ਨੂੰ ਲੈ ਕੇ ਭਰੋਸਾ ਨਹੀਂ ਦਿੰਦੀ, ਸੁਪਰੀਮ ਕੋਰਟ ਦੇ ਵਿੱਚ ਗਰੰਟੀ ਨਹੀਂ ਦਿੰਦੀ, ਤਾਂ ਉਸ ਸਮੇਂ ਤੋਂ ਬਾਅਦ ਜੇਕਰ ਕਿਸਾਨ ਨਹੀਂ ਕਰਨਗੇ, ਕਿਸਾਨ ਪਹਿਲ ਕਦਮੀ ਨਹੀਂ ਕਰਨਗੇ। ਜੇਕਰ ਕੇਂਦਰ ਸਰਕਾਰ ਦੀ ਪਹਿਲ ਕਦਮੀ ਹੁੰਦੀ ਆ ਤਾਂ ਸਰਕਾਰ ਕਿਸਾਨ ਵੀ ਜਿਹੜੇ ਹੈਗੇ ਨੇ ਕਮੇਟੀ ਬਾਰੇ ਵਿਚਾਰ ਕਰ ਸਕਦੇ ਨੇ। ਪਰ ਹੁਣ ਕੜੀ ਇੱਥੇ ਅੜੀ ਹੋਈ ਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕੇ ਕੀ ਗੱਲ ਕਰਦੀ ਆ, ਕਿਵੇਂ ਕਰਦੀ ਹੈਗੀ ਆ। ਹੁਣ ਉੱਥੇ ਗੱਲ ਨੂੰ ਲੈ ਕੇ ਜਿਹੜੀ ਹੈਗੀ ਆ ਲਗਾਤਾਰ ਗੱਲ ਚੱਲੀ। ਸਾਡੇ ਨਾਲ ਸਾਡੇ ਐਡੀਟਰ ਹਰਪ੍ਰੀਤ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ, ਲਗਾਤਾਰ ਕੱਲ ਤੋਂ ਇੱਥੇ ਜਿਹੜਾ ਹੈਗਾ ਇੱਥੋਂ ਪ੍ਰੋਗਰਾਮ ਕਰ ਰਹੇ ਨੇ, ਇੱਥੋਂ ਦੇਖ ਰਹੇ ਨੇ, ਘਰ ਘਰ ਜਾਣਕਾਰੀ ਪਹੁੰਚ ਰਹੀ ਹੈ ਇਹਨਾਂ ਦੇ ਜ਼ਰੀਏ। ਹਰਪ੍ਰੀਤ ਜੀ ਤੁਸੀਂ ਪਹਿਲਾਂ ਡਿਬੇਟ ਦੇ ਵਿੱਚ ਆਉਂਦੇ ਰਹੇ ਸਟੂਡੀਓ ਦੇ ਵਿੱਚ, ਸਟੂਡੀਓ ਦਾ ਤੇ ਹੁਣ ਗਰਾਊਂਡ ਦਾ ਵੱਖ ਤੁਹਾਨੂੰ ਫਰਕ ਕਿੱਥੇ ਨਜ਼ਰ ਆ ਰਿਹਾ? ਦੇਖੋ ਹਲੇ ਤੱਕ ਅਸੀਂ ਤੁਹਾਡੀ ਜ਼ੁਬਾਨੀ ਸੁਣਦੇ ਸੀ ਜਾਂ ਕੈਮਰੇ ਦੀ ਅੱਖ ਨਾਲ ਦੇਖਦੇ ਹੁੰਦੇ ਸੀਗੇ ਕਿ ਲੋਕਾਂ ਦਾ ਬੜਾ ਉਤਸ਼ਾਹ ਹੈ, ਲੋਕਾਂ ਦਾ ਬੜਾ ਇਕੱਠ ਹੈ। ਪਰ ਜਦੋਂ ਅੱਜ ਅਸੀਂ ਆਏ ਆ, ਮੈਂ ਕੱਲ ਤੋਂ ਇੱਥੇ ਹੈਗਾ, ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ। ਅਕਸਰ ਸਰਕਾਰਾਂ ਨੂੰ ਬੜਾ ਵਹਿਮ ਹੁੰਦਾ ਹੈ ਕਿ ਜਦੋਂ ਕੋਈ ਸੰਘਰਸ਼ ਲੰਬਾ ਹੋ ਜਾਏ ਜਾਂ ਸੰਘਰਸ਼ ਲੰਬਾ ਖਿੱਚਿਆ ਜਾਵੇ ਤਾਂ ਸ਼ਾਇਦ ਲੋਕ ਅੱਕ ਜਾਂਦੇ ਨੇ, ਥੱਕ ਜਾਂਦੇ ਨੇ, ਠੰਡ ਦੇ ਨਾਲ ਮੌਤਾਂ ਵੀ ਹੋ ਰਹੀਆਂ ਨੇ, ਸ਼ਾਇਦ ਲੋਕ ਆਪੋ ਆਪਣੇ ਘਰੇ ਚਲੀ ਜਾਣਗੇ। ਪਰ ਇਦਾਂ ਦੇ ਕੁਝ ਹਾਲਾਤ ਨਜ਼ਰ ਨਹੀਂ ਆਉਂਦੇ। ਲੋਕਾਂ ਦੇ ਵਿੱਚ ਰੋਸ ਹੈ, ਗੁੱਸਾ ਹੈ, ਉਤਸ਼ਾਹ ਹੈ, ਸਾਰਾ ਕੁਝ ਸਾਨੂੰ ਮਿਕਸ ਨਜ਼ਰ ਆਉਂਦਾ। ਲੋਕ ਕਹਿੰਦੇ ਨੇ ਕਿ ਇਹ ਮੌਤਾਂ ਜਿਹੜੀਆਂ ਨੇ ਇਹ ਸਾਨੂੰ ਹੋਰ ਜ਼ਿਆਦਾ ਬਲ ਦਿੰਦੀਆਂ ਨੇ ਕਿ ਇਹ ਹੁਣ ਸੰਘਰਸ਼ ਦੀ ਪ੍ਰਾਪਤੀ ਵੱਲ ਅਸੀਂ ਵੱਧ ਰਹੇ ਹਾਂ। ਸੋ ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਹੋਇਆਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਜਿੰਨੀ ਜਲਦੀ ਹੋਵੇ ਐਕਸ਼ਨ ਲੈਣਾ ਚਾਹੀਦਾ ਹੈ, ਕਿਉਂਕਿ ਸਰਕਾਰ ਵਾਰ-ਵਾਰ ਜਦੋਂ ਕਹਿੰਦੀ ਕਿ ਹਾਲਾਤ ਕਾਬੂ ਤੋਂ ਬਾਹਰ ਜਾ ਸਕਦੇ ਨੇ, ਹਾਲਾਤ ਕਾਬੂ ਹੇਠ ਨਹੀਂ ਰਹਿਣਗੇ, ਤਾਂ ਇਸ ਦਾ ਖਮਿਆਜ਼ਾ ਕਿਸ ਨੂੰ ਭੁਗਤਣਾ ਪਏਗਾ? ਇਸ ਦਾ ਖਮਿਆਜ਼ਾ ਇਹਨਾਂ ਨੂੰ ਵੀ ਭੁਗਤਣਾ ਪਏਗਾ, ਉਹਨਾਂ ਨੂੰ ਵੀ ਭੁਗਤਣਾ ਪਏਗਾ। ਸੋ ਉਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿੰਨੀ ਜਲਦੀ ਹੋਵੇ, ਜਿੰਨੀ ਛੇਤੀ ਹੋਵੇ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਦੀਆਂ ਉਹਦੇ ਵੱਲ ਗੌਰ ਕਰਕੇ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ। ਅੱਜ ਹਰੇਕ ਦੀ ਜ਼ੁਬਾਨ ਤੇ ਇੱਕੋ ਗੱਲ ਹੈ, ਜਦੋਂ ਅਸੀਂ ਪੁੱਛਦੇ ਹਾਂ ਵੀ ਤੁਸੀਂ ਕਿਉਂ ਅੜੇ ਹੋ, ਉਹ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਅੜੇ, ਸਰਕਾਰ ਅੜੀ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਸਭ ਕੁਝ ਠੀਕ ਕਰ ਦਿੰਨੇ ਆ ਪਰ ਕਾਨੂੰਨ ਵਾਪਸ ਨਹੀਂ ਲੈਣੇ। ਇਹ ਕਿੱਦਾਂ ਦੀ ਗੱਲ ਹੈ? ਤੁਸੀਂ 90% ਤੱਕ ਕਹਿੰਦੇ ਹੋ ਕਿ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ ਪਰ ਕਾਨੂੰਨ ਵਾਪਸ ਲੈਣ ਲਈ ਸਾਨੂੰ ਨਾ ਕਹੋ। ਇਹ ਜਿਹੜਾ ਸਵਾਲ ਹੈ ਆਪਣੇ ਆਪ ਦੇ ਵਿੱਚ ਬੜਾ ਵੱਡਾ ਹੈ, ਜਿਹਦਾ ਜਵਾਬ ਸਰਕਾਰ ਦੇਵੇ। ਜਿਹੜਾ ਤੁਸੀਂ ਰਾਤ ਕਿਸਾਨਾਂ ਦੇ ਨਾਲ ਬਿਤਾਈ, ਟਰਾਲੀ ਦੇ ਵਿੱਚ ਰਹੇ, ਜਿਹੜੇ ਲੋਕ ਸਵਾਲ ਕਰਦੇ ਨੇ ਕਿ ਉੱਥੇ ਕਿੰਨੀ ਠੰਡ ਹੈ, ਤੁਸੀਂ ਉਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਿਚਰ ਕੇ ਤੁਸੀਂ ਰਾਤ ਕੱਟੀ, ਉਹ ਅਨੁਭਵ ਕਿਹੋ ਜਿਹਾ ਰਿਹਾ, ਐਕਸਪੀਰੀਅੰਸ ਕਿਹੋ ਜਿਹਾ? ਮੇਰਾ ਮਕਸਦ ਇਹੀ ਸੀਗਾ ਵੀ ਇੱਥੇ ਆ ਕੇ ਲੋਕਾਂ ਦੇ ਵਿੱਚ ਵਿਚਰੀਏ, ਲੋਕਾਂ ਦੇ ਨਾਲ ਰਹੀਏ। ਰਾਤ ਅਸੀਂ ਟਰਾਲੀ 'ਚ ਰਹੇ, ਅਸੀਂ ਦੇਖੀਏ ਕਿ ਇੰਨੀ ਠੰਡ ਦੇ ਵਿੱਚ ਲੋਕ ਕਿਵੇਂ ਰਹਿੰਦੇ ਨੇ। ਪਰ ਸ਼ਾਬਾਸ਼ ਹੈ ਇਹਨਾਂ ਨੂੰ ਕਿ ਜਿਸ ਤਰੀਕੇ ਨਾਲ ਰਹਿਣਾ ਨੇ, ਜਿਵੇਂ ਮੈਨੇਜ ਕਰ ਰਹੇ ਨੇ। ਇੰਨੀ ਠੰਡ ਦੇ ਬਾਵਜੂਦ ਡਟੇ ਹੋਏ ਨੇ ਬਾਰਡਰ ਤੇ। ਲੋਕ ਘਰਾਂ ਦੇ ਵਿੱਚ ਬੈਠੇ ਰਜਾਈਆਂ 'ਚ ਮੂੰਗਫਲੀਆਂ ਖਾਂਦੇ ਕਿੰਤੂ ਪਰੰਤੂ ਕਰਦੇ ਨੇ। ਜਦੋਂ ਇੱਥੇ ਆ ਕੇ ਠੰਡ ਦੇ ਵਿੱਚ ਇੱਕ ਰਾਤ ਕੱਟਣੀ ਪੈ ਜਾਏ ਟਰਾਲੀ ਦੇ ਵਿੱਚ ਤਾਂ ਪਤਾ ਲੱਗ ਜਾਏਗਾ ਕਿ ਕਿੰਨੇ 20 ਦੇ 100 ਹੁੰਦੇ ਨੇ। ਪਰ ਇਹ ਇਹਨਾਂ ਦਾ ਜਜ਼ਬਾ, ਇਸ ਗੱਲ ਦੇ ਲਈ ਮੁਬਾਰਕਬਾਦ ਹੈ ਇਹਨਾਂ ਨੂੰ ਵੀ ਇਹਨਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ, ਬੜੇ ਹੀ ਵਿਉਂਤਬੰਦੀ ਦੇ ਨਾਲ ਇਹ ਆਪਣਾ ਸੰਘਰਸ਼ ਚਲਾ ਰਹੇ ਨੇ। ਤੁਸੀਂ ਦੇਖੋ 2-2 ਟਰਾਲੀਆਂ ਦੇ ਆਪਣਾ ਲੰਗਰ ਅਲੱਗ ਬਣਾਉਂਦੇ ਨੇ, ਕਿਸੇ ਦਾ ਲੰਗਰ ਅਲੱਗ ਚੱਲ ਰਿਹਾ ਵੀ ਕਿਸੇ ਦੇ ਉੱਤੇ ਕੋਈ ਬੋਝ ਨਾ ਬਣੇ। ਭਾਵੇਂ ਗੁਰਦੁਆਰਾ ਕਮੇਟੀਆਂ ਦੇ ਲੰਗਰ ਚੱਲ ਰਹੇ ਨੇ, ਉੱਥੇ ਲੰਗਰ ਲੋਕੀ ਛਕਦੇ ਨੇ, ਪਰ ਇਹ ਲੋਕ ਆਪਣਾ ਲੰਗਰ ਦੀ ਵਿਵਸਥਾ ਅਲੱਗ ਰੱਖਦੇ ਨੇ, ਆਪਣੇ ਬਿਸਤਰੇ ਅਲੱਗ ਰੱਖਦੇ ਨੇ, ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ। ਮਤਲਬ ਇਦਾਂ ਲੱਗਦਾ ਹੈ ਕਿ ਜੀਵਨ ਜਾਂਚ ਜੇ ਸਿੱਖਣੀ ਹੈ ਅਸਲ ਦੇ ਵਿੱਚ ਤਾਂ ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਜੀਵਨ ਜਾਂਚ ਕੀ ਹੁੰਦੀ ਹੈ, ਸੰਘਰਸ਼ ਕੀ ਹੁੰਦਾ ਹੈ। ਆਪਣੇ ਹੋਂਦ ਨੂੰ ਬਚਾਉਣ ਦੇ ਲਈ ਸੰਘਰਸ਼ ਲੜਨਾ ਤਾਂ ਕਿਵੇਂ ਲੜਨਾ, ਇੱਕ ਵਾਰ ਜ਼ਰੂਰ ਆ ਕੇ ਇੱਥੇ ਦੇਖਣਾ ਚਾਹੀਦਾ ਕਿ ਸੰਘਰਸ਼ ਦੀ ਲੜਾਈ ਕਿੰਨੀ ਲੰਬਾ ਸਮਾਂ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਆ। ਜਦੋਂ ਇਹੋ ਜਿਹਾ ਮੋਰਚਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਆਇਆ ਹੋਵੇ ਜਿਹੜਾ ਤੁਸੀਂ ਇਸ ਨਾਲ ਉਸ ਨੂੰ ਕੰਪੇਅਰ ਕਰ ਸਕਦੇ ਹੋ? ਬਿਲਕੁਲ ਵੀ ਨਹੀਂ। ਇਹ ਜਿਹਾ ਮੋਰਚਾ ਅਸੀਂ ਕਦੇ ਨਹੀਂ ਦੇਖਿਆ। ਖਾਸ ਤੌਰ ਤੇ ਹੁੰਦਾ ਕੀ ਹੈ ਕਿ ਜਦੋਂ ਵੀ ਕੋਈ ਮੋਰਚੇ ਲੱਗਦੇ ਨੇ, ਕਦੇ ਸੰਘਰਸ਼ ਦੀ ਗੱਲ ਹੁੰਦੀ ਹੈ ਤਾਂ 2 ਧਿਰਾਂ ਹੁੰਦੀਆਂ। ਇੱਕ ਸੰਘਰਸ਼ ਲਾਉਣ ਲਈ ਧਿਰ ਹੁੰਦੀ ਹੈ, ਇੱਕ ਜਿਹਦੇ ਖਿਲਾਫ ਸੰਘਰਸ਼ ਲੱਗਦਾ। ਹੁਣ ਸੰਘਰਸ਼ ਦੇ ਖਿਲਾਫ ਜਿਹੜੀ ਧਿਰ ਹੈਗੀ ਉਹ ਇੱਕ ਨਹੀਂ ਰਹੀ। ਕਿਸਾਨ ਇਕੱਲਾ ਨਹੀਂ ਰਿਹਾ, ਕਿਸਾਨ ਦੇ ਨਾਲ ਖੇਤ ਮਜ਼ਦੂਰ ਵੀ ਹੈ, ਕਿਸਾਨ ਦੇ ਨਾਲ ਮੁਲਾਜ਼ਮ ਵੀ ਹੈ, ਕਿਸਾਨ ਦੇ ਨਾਲ ਹਰੇਕ ਪੰਜਾਬ ਵਾਸੀ ਖੜਾ ਹੈ। ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਲੜਾਈ ਸਿਰਫ ਕਿਸਾਨ ਦੀ ਨਹੀਂ ਹੈ, ਇਹ ਲੜਾਈ ਸਾਡੀ ਵੀ ਹੈ। ਅੱਜ ਜਿਹੜੀਆਂ ਚੀਜ਼ਾਂ ਸਾਨੂੰ ਜਿਸ ਭਾਅ ਤੇ ਮਿਲ ਰਹੀਆਂ ਤਾਂ ਯਕੀਨ ਮੰਨਿਓ ਜੇ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਉਹ ਚੀਜ਼ਾਂ 5-5 ਗੁਣਾ ਮਹਿੰਗੀਆਂ ਮਿਲਣਗੀਆਂ। ਇਹ ਲੋਕਾਂ ਨੂੰ ਸੋਚਣਾ ਪਏਗਾ। ਜਿਹੜੇ ਇਹ ਕਮੋਡਿਟੀ ਬਿੱਲ ਬਣਾਏ ਜਾ ਰਹੇ ਨੇ, ਕਮੋਡਿਟੀ ਬਿੱਲ ਕੀ ਨੇ?
ਅੱਜ ਸਰਕਾਰੀ ਰੋਕ ਹੈਗੀ ਹੈ ਇਹਨਾਂ ਚੀਜ਼ਾਂ ਤੇ, ਤਾਂ ਵੀ ਇੰਨੀ ਮਹਿੰਗਾਈ ਹੈ। ਜਦੋਂ ਤੁਸੀਂ ਸੋਚੋ ਕਿ ਸਰਕਾਰੀ ਰੋਕ ਹੀ ਨਹੀਂ ਰਹੇਗੀ, ਤੁਸੀਂ ਜਿੰਨਾ ਮਰਜ਼ੀ ਸਟੋਰ ਕਰੋ, ਜਿੰਨਾ ਮਰਜ਼ੀ ਸਟੋਰ ਕਰਕੇ ਜਿੰਨਾ ਮਰਜ਼ੀ, ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾਓ ਕਿ ਆਮ ਲੋਕ ਤਾਂ ਖੱਜਲ ਖੁਆਰੀ ਨਹੀਂ, ਮੈਂ ਤਾਂ ਕਹਿੰਦਾ ਤਬਾਹੀ ਦੇ ਕੰਢੇ ਪਹੁੰਚ ਜਾਣਗੇ ਜੇ ਉਹ ਕਾਨੂੰਨ ਲਾਗੂ ਹੋ ਜਾਣਗੇ। ਇਸੇ ਕਰਕੇ ਵਾਰ-ਵਾਰ ਕਿਸਾਨ ਕਹਿੰਦਾ ਹੈ ਕਿ ਇਹ ਲੜਾਈ ਸਿਰਫ ਸਾਡੀ ਨਹੀਂ ਹੈ, ਲੜਾਈ ਸਾਰਿਆਂ ਦੀ ਹੈ। ਪੰਜਾਬ ਵਾਸੀਆਂ ਦੀ ਲੜਾਈ ਅਸੀਂ ਇਕੱਲੇ ਲੜ ਰਹੇ ਹਾਂ, ਇਸ ਲਈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਠੀਕ ਹੈ ਰਮਨ, ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ तमाम ਤਸਵੀਰਾਂ ਸਾਡੇ ਤੱਕ ਪਹੁੰਚਾਈਆਂ ਤੇ ਨਾਲ ਹੀ ਗੱਲਬਾਤ ਦੇ ਜ਼ਰੀਏ ਬਹੁਤ ਕੁਝ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕੀਤਾ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ।